ਅਕਾਲ ਜੀ। ਅਸੀਂ ਆਪਣੇ ਬ੍ਰਿਸਬੇਨ ਦਾ ਜਿਹੜਾ ਹੁਣ ਆਖਰੀ ਟੂਰ ਵਾਲੇ ਪਾਸੇ ਨੂੰ ਵੱਧ ਰਹੇ ਹਾਂ ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਨਗਰ ਕੀਰਤਨ ਦੇਖਣ ਦੇ ਲਈ। ਅਤੇ ਇਸ ਵਕਤ ਅਸੀਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਹਾਂ, ਲੋਗਨ ਰੋਡ ਵਾਲੇ ਗੁਰਦੁਆਰਾ ਸਾਹਿਬ ਹੈ ਜੀ ਉਸ ਸਾਈਡ ਨੂੰ। ਅਤੇ ਅੱਜ ਸਾਰਾ ਦਿਨ ਅਸੀਂ ਨਗਰ ਕੀਰਤਨ ਦੇ ਵਿੱਚ ਇੱਕ ਤਾਂ ਸੰਗਤਾਂ ਦੇ ਦਰਸ਼ਨ ਕਰਾਂਗੇ ਅਤੇ ਸਾਡੀ ਕੋਸ਼ਿਸ਼ ਹੋਊਗੀ ਕਿ ਇੱਥੋਂ ਦਾ ਜਿਹੜਾ ਭਾਈਚਾਰਾ ਹੈ ਉਹ ਕਿਵੇਂ ਆਪਣੇ ਧਰਮ ਦੇ ਨਾਲ ਜਾਂ ਰੀਤੀ ਰਿਵਾਜ਼ਾਂ ਦੇ ਨਾਲ ਜਾਂ ਕਲਚਰ ਦੇ ਨਾਲ ਜੁੜਿਆ ਹੋਇਆ, ਉਹ ਸਾਰੀਆਂ ਗੱਲਾਂ ਬਾਤਾਂ ਆਪ ਦੇ ਨਾਲ ਅਸੀਂ ਸਾਂਝੀਆਂ ਕਰਾਂਗੇ। ਕਿਉਂ ਕਰ ਸਕਦੇ ਬਿਲਕੁਲ ਸੰਧਾਲੀਆ ਸਾਹਿਬ, ਅੱਜ ਕਿਉਂਕਿ ਡਾਊਨਟਾਊਨ ਤੱਕ ਇਹ ਨਗਰ ਕੀਰਤਨ ਜਾਣਾ, ਪਿੱਛੇ ਹੈਪੀ ਭਾਈ ਹੋਰੀ ਦੱਸਦੇ ਸੀ ਕਿ ਸਿਰਫ ਸਾਲ ਦੇ ਵਿੱਚ 2 ਜਾਂ 3 ਵਾਰੀ ਇੱਦਾਂ ਦਾ ਮੌਕਾ ਆਉਂਦਾ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ, ਇੱਥੋਂ ਦੇ ਵਸਨੀਕ ਨੇ, ਉਹ ਇਕੱਠੇ ਹੁੰਦੇ। ਤੇ ਉਹਦੇ ਵਿੱਚੋਂ ਇੱਕ ਦਿਨ ਜਿਹੜਾ ਪੰਜਾਬੀ ਭਾਈਚਾਰੇ ਦੇ, ਸਿੱਖ ਭਾਈਚਾਰੇ ਦੇ ਜਿਹੜਾ ਉਹ ਹਿੱਸੇ ਆਇਆ। देखते देखते पंथ की राज करेगा, बोले सोनिहाल। वाहिगुरू जी का खालसा, बोले सोनिहाल। वाहिगुरू जी का खालसा, वाहिगुरू जी। ਦੇਖੋ ਜੀ, ਇਸ ਵਕਤ ਅਸੀਂ ਗੁਰਦੁਆਰਾ ਸਾਹਿਬ ਜਿਹੜਾ ਕਿ ਬ੍ਰਿਸਬੇਨ ਦਾ ਕਹਿੰਦੇ ਕਿ ਪਹਿਲਾ ਗੁਰਦੁਆਰਾ 1988 ਆਈ ਥਿੰਕ ਇਹ ਬਣਿਆ ਸੀ, ਜੇ ਮੈਂ ਗਲਤ ਨਾ ਹੋਵਾਂ 1984 ਦੇ ਵਿੱਚ ਬਣਿਆ ਸੀਗਾ। ਅਤੇ ਇਸ ਗੁਰਦੁਆਰਾ ਸਾਹਿਬ ਤੋਂ ਅੱਜ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਅਤੇ ਅਸੀਂ ਜਲ ਪਾਣੀ ਛਕ ਰਹੇ ਹਾਂ। ਅਤੇ ਸਾਨੂੰ ਮੌਕਾ ਮਿਲਿਆ ਗੁਰਦੁਆਰਾ ਸਾਹਿਬ ਦੇ ਜੋ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਕੋਲੋਂ ਜਾਣ ਦੀ। ਸੰਜੂ ਸਿੰਘ ਜੀ ਇਸ ਪਾਸੇ ਤੁਸੀਂ ਆ ਜਾਓ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੁਰਦੁਆਰਾ ਸਾਹਿਬ ਬਹੁਤ ਬਹੁਤ ਸਵਾਗਤ ਅਤੇ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਪ੍ਰਾਈਵੇਸ਼ਨ ਸਮਾਂ ਕੱਢਿਆ। ਅਤੇ ਪਹਿਲਾਂ ਤਾਂ ਮੈਨੂੰ ਤੁਸੀਂ ਆਪਣੇ ਬਾਰੇ ਅਤੇ ਆਪਣੇ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅਤੇ ਅੱਜ ਦੇ ਗੁਰਦੁਆਰਾ ਬਾਰੇ ਅਸੀਂ ਪੰਜਾਬ ਤੋਂ ਪਹਿਲਾਂ ਇੰਗਲੈਂਡ ਦਾ ਹੀ ਆ, ਆਪਣੇ 99 'ਚ ਆਪਾਂ ਆਏ ਸੀ ਔਰ ਲਗਭਗ 2005 ਤੋਂ ਬ੍ਰਿਸਬੇਨ ਰਹਿ ਰਹੇ ਹਾਂ। ਬਾਕੀ ਆਪਣੇ ਹਜੇ ਗੁਰਦੁਆਰਾ ਸਾਹਿਬ 1983 ਦਾ ਆਪਾਂ ਕਾਂਗਰਸ ਰਲ ਕੇ ਪੁਰਾਣੇ ਪਰਿਵਾਰ ਨੇ ਜ਼ਮੀਨ ਲਈ ਸੀ। 1985 ਵਿੱਚ ਇਹਦਾ ਆਪਣੇ ਉਦਘਾਟਨ ਹੋਇਆ ਅਤੇ ਲਗਭਗ 10 ਸਾਲ ਪਹਿਲਾਂ, ਉਸ ਤੋਂ ਪਹਿਲਾਂ ਸਾਡੇ ਗਿਣਤੀ ਦੇ ਪਰਿਵਾਰ ਸੀਗੇ ਅਤੇ ਉਹਨਾਂ ਬਜ਼ੁਰਗਾਂ ਨੇ ਮਤਲਬ ਰਲ ਮਿਲ ਕੇ ਹਾਰਡ ਵਰਕ ਕਰਕੇ ਆਪਣੇ ਗੁਰੂ ਸਾਹਿਬ ਸੰਗਤਾਂ ਵਾਸਤੇ ਫਿਰ ਆਪਣਾ ਗੁਰਦੁਆਰਾ ਸਾਹਿਬ ਬਣਾਇਆ ਅਤੇ ਹੁਣ ਕਾਫੀ ਬਹੁਤ ਕਮਿਊਨਿਟੀ ਆਈ ਹੈ ਅਤੇ ਹੁਣ 30-50 ਹਜ਼ਾਰ ਦੇ ਇੱਥੇ ਘੱਟ ਕਮਿਊਨਿਟੀ ਹੋਣੀ, ਸ਼ਾਇਦ ਜ਼ਿਆਦਾ ਵੀ ਹੋਵੇ। ਅਤੇ ਉਹਦੇ ਹੁਣ ਪਿਛਲੇ 3-4 ਸਾਲ ਤੋਂ ਨਗਰ ਕੀਰਤਨ ਚੱਲ ਰਿਹਾ ਹਰੇਕ ਸਾਲ, ਜਿਹਦੇ ਵਿੱਚ ਲਗਭਗ 10 ਤੋਂ 15 ਹਜ਼ਾਰ ਸੰਗਤ ਆਉਂਦੀ ਹੈ ਅਤੇ ਵਿੱਚ ਆਪਣੇ ਗੁਰੂ ਸਾਹਿਬ ਦੀ ਸੀਸਾਂ ਲੈਂਦੀਆਂ। ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਇਸ ਤਰ੍ਹਾਂ ਹੈ ਕਿ ਮਤਲਬ ਹੁਣ ਆਪਾਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਚੱਲ ਰਹੇ ਸਿਟੀ ਵੱਲ ਨੂੰ ਜਿਹੜਾ ਬ੍ਰਿਸਬੇਨ ਪਾਰਲੀਮੈਂਟ ਹਾਊਸ ਆ, ਜਿੱਥੋਂ ਸਾਰੀ ਸੰਗਤਾਂ ਨੇ ਇਕੱਠੇ ਹੋਣਾ। ਉੱਥੇ ਗੁਰੂ ਸਾਹਿਬ ਵੀ ਆਓਗੇ, ਇੱਥੇ ਗੁਰੂ ਸਾਹਿਬ ਜਦੋਂ ਆ ਗਏ ਪ੍ਰਾਰੰਭ ਹੋ ਗਏ ਸਾਰੇ ਸੰਗਤ ਦੇ ਨਾਲ ਉੱਥੋਂ ਆਪਾਂ ਬ੍ਰਿਸਬੇਨ ਪਾਰਲੀਮੈਂਟ ਹਾਊਸ ਤੋਂ ਲੈ ਕੇ ਜਿਹੜਾ ਗੋਮੋ ਸਟਰੀਟ ਪਾਰਕਲੈਂਡ ਆ ਉੱਥੇ ਤੱਕ ਵੀ ਆਪਣਾ ਨਗਰ ਕੀਰਤਨ ਹੋਣਾ, ਜਿਸ ਦੇ ਵਿੱਚ ਆਪਣੀ ਸਾਰੀ ਸੰਗਤਾਂ ਅਤੇ ਆਪਣੇ ਰਾਗੀ ਜੱਥੇ ਹੋਰ ਜਿਹੜੇ ਆਪਣੇ ਵਿਸ਼ੇਸ਼ ਦੀ ਨੁਮਾਇਆਂ ਹੋਈਆਂ ਬਾਹਰ ਆਪਣਾ ਢਾਡੀ ਵਾਲਾ ਕੀਰਤਨ ਹੋ ਗਿਆ ਸੁਣਾਉਣਗੇ। ਅਤੇ ਇਸ ਤਰ੍ਹਾਂ ਮਤਲਬ ਬੇਨਤੀ ਜੇ ਆਪਣੇ ਇੱਥੇ ਬਿਜ਼ਨਸ ਆਉਂਦੀ ਇੱਥੇ ਨਹੀਂ ਪਹੁੰਚ ਸਕੀ ਜ਼ਰੂਰ ਆਓ, ਆ ਕੇ ਲਾਹਾ ਲਓ ਅਤੇ ਨਾਲ ਇਸ ਕੰਮ ਦੇ ਵਿੱਚ ਇਸ ਇਵੈਂਟ ਵਿੱਚ ਹਿੱਸਾ ਲਓ, ਬਹੁਤ ਵਧੀਆ ਹੋਊਗਾ। ਇੱਕ ਬਾਬਾ ਜੀ ਜਿਹੜੀਆਂ ਬੱਸਾਂ ਇੱਥੋਂ ਲੈ ਕੇ ਜਾਂਦੇ ਆ, ਇਹ ਆਪਣੇ ਕੋਲ ਫ੍ਰੀ ਆਫ ਚਾਰਜ ਹੁੰਦੀ ਹੈ, ਸਿਟੀ ਕਾਉਂਸਲ ਫੰਡ ਦਿੰਦੀ ਹੈ ਕਿ ਕੀ ਹੁੰਦਾ ਜੀ? ਸਿਟੀ ਕਾਉਂਸਲ ਦੇ ਰਹੀ ਆ ਡਿਸਕਾਊਂਟ ਰੇਟ। ਜਿਹੜੇ ਡਰਾਈਵਰ ਆਪਣੇ ਉਹ ਉਹ ਮਤਲਬ ਨੋਰਮਲੀ ਰੇਟ ਹੁੰਦਾ, ਪਰ ਆਪਣੀ ਸੇਵਾਦਾਰ ਲੱਗੇ ਜਿਹੜੇ ਆਲਰੇਡੀ ਬੱਸ ਲਾਉਂਦੇ ਆ, ਸੋ ਉਹੀ ਪੰਜਾਬੀ ਉਹੀ ਹਾਂ ਆਪਣੇ ਪੰਜਾਬੀ ਉਹੀ ਪੰਜਾਬੀ ਭਾਈਚਾਰਾ ਬਹੁਤ ਵੱਡਾ ਹਿੱਸਾ ਇਸ ਚੀਜ਼ ਵਿੱਚ। ਪਰ ਸਿਟੀ ਪੈਸੇ ਲੈਂਦੀ ਆ ਨਾ ਜੀ, ਫਿਰ ਥੋੜੇ ਬਹੁਤ ਨੋਮੀਨਲ ਥੋੜੇ ਵੈਰੀ ਮਿਨੀਮਮ just about fuel and almost free ਬਣ ਰਹੀ ਹੁੰਦਾ। ਠੀਕ ਹੈ ਜੀ।
ਉਹ ਮੇਰਾ ਗੱਲ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਆ ਜਿਹੜੀ ਚੀਜ਼ ਤੁਸੀਂ ਦੇਖੀ ਰੋਡ ਜਿਹੜੇ ਕਮਿਸ਼ਨਾਂ ਕਿੰਨੀਆਂ ਔਖੀਆਂ ਨੇ ਤੇ ਇਹਨਾਂ ਨੂੰ ਕਿਉਂ ਜ਼ਰੂਰੀ ਹੈ ਕਰਨਾ। ਇਹ ਜ਼ਰੂਰੀ ਹੈ ਖਾਸ ਕਰਕੇ ਜਿਹੜਾ ਆਪਣਾ ਅਸੀਂ ਸੁਣਿਆ ਜਿਹੜਾ ਨਗਰ ਕੀਰਤਨ ਇੱਥੇ ਗੁਰੂ ਘਰ ਦੇ ਲਾਗੇ ਨਹੀਂ ਕਰਦੇ, ਅਸੀਂ ਸਿਟੀ ਨਹੀਂ ਕਰਦੇ, ਸਿਟੀ ਸੀਵੀ ਕਿਉਂਕਿ ਮੈਂ ਤਾਂ ਸਮਝ ਸਕਦਾ ਇਹ ਬਹੁਤ ਔਖਾ ਹੈ। ਮਤਲਬ ਕਿ ਡਾਊਨਟਾਊਨ ਮੇਰੇ ਡਾਊਨਟਾਊਨ ਨਹੀਂ ਨਾ ਡਾਊਨਟਾਊਨ ਦੀ ਤੁਸੀਂ ਸੜਕ ਰੋਕਣੀ ਕਿਸੇ ਕਮਿਊਨਿਟੀ ਦੇ ਲਈ ਜਿਹਨਾਂ ਦੀ ਪਾਪੂਲੇਸ਼ਨ ਇੱਕ ਮਿਨੋਰਟੀ ਆ ਔਰ ਉਹ ਵੀਕਐਂਡ ਦਾ ਇੱਕ ਦਿਨ ਕਿੰਨੇ ਲੋਕ ਖੱਜਲ ਖਰਾਬ ਮਤਲਬ ਦੂਸਰਿਆਂ ਲਈ ਤਾਂ ਖੱਜਲ ਖਰਾਬੀ ਹੈ ਨਾ ਜੀ। ਬਹੁਤ ਮੈਂ ਇਸ ਲਈ ਕੁਐਸਚਨ ਕੀਤਾ ਸੀ ਕਿ ਕਿੰਨੀ ਕਾਪੀਜ਼ ਹੋਣਾ ਕਿਹਾ ਬਹੁਤ ਮਤਲਬ ਜਿਹੜਾ ਬੈਕ ਕੈਂਪ ਦੀ ਆਪਣੀ ਟੀਮ ਹੈ ਕਿ ਜਿੰਨੀ ਉਹਨਾਂ ਨੇ ਮਤਲਬ ਚਲੋ ਕਿ ਹਾਰਡ ਵਰਕ ਕੀਤਾ ਮੀਟਿੰਗਾਂ ਅਤੇ ਨਿੱਕੀ ਨਿੱਕੀ ਗੱਲ ਦੇ ਉੱਤੇ ਸਾਨੂੰ ਮਤਲਬ ਚਲੋ ਕਿ ਚੈਲੰਜ ਸੀਗਾ। ਪਰ ਜਦੋਂ ਸਾਡਾ ਪਹਿਲਾ ਨਗਰ ਕੀਰਤਨ ਹੋਇਆ ਆਪਣੀ ਜੀ ਬ੍ਰਿਸਬਨ ਸਿਟੀ ਕਾਉਂਸਲ ਆ ਜਿਹਨਾਂ ਦੇ ਹੈਗੇ ਅਹੁਦੇਦਾਰ ਉਹ ਕਾਫੀ ਇੰਪ੍ਰੈਸ ਹੋਏ, ਉਹਨੂੰ ਵਧੀਆ ਲੱਗਾ ਕਿ ਯਾਰ ਇਹ ਮਤਲਬ ਇਹ ਸਭ ਸੋਚ ਰਹੇ ਜਿਹੜਾ ਇੰਪ੍ਰੈਸ਼ਨ ਉਹਨੂੰ ਮਿਲਿਆ ਇਜ਼ ਵੈਰੀ ਵਾਈਬਰੈਂਟ ਐਂਡ ਕਾਫੀ ਪੋਜ਼ਿਟਿਵ ਮਿਲਿਆ। ਉਸ ਤੋਂ ਬਾਅਦ ਉਹਨਾਂ ਨੇ ਸਾਡੀ ਸਪੋਰਟ ਕਰਨੀ ਬਹੁਤ ਵਧੀਆ ਢੰਗ ਨਾਲ ਕਰਨੀ ਸ਼ੁਰੂ ਕਰ ਦਿੱਤੀ। ਤੇ ਕਿੰਨਾ ਚਿਰ ਹੋ ਗਿਆ ਜੀ ਨਗਰ ਕੀਰਤਨ ਨੂੰ? ਸਾਡਾ ਚੌਥਾ ਸਾਲ ਹੈ ਜੀ। ਚੌਥਾ ਸਾਲ ਰੈਗੂਲਰ ਬਹੁਤ ਔਖਾ ਸੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਬੜਾ ਔਖਾ ਸੀ ਪਰਮਿਸ਼ਨਾਂ ਲੈਣੀਆਂ ਸਾਡੇ ਵਾਸਤੇ। ਬਹੁਤ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਲੋਕਲ ਆਪਣੀ ਸਿਟੀ ਕੌਂਸਲ ਦੇ ਸਟੇਟ ਗਵਰਨਮੈਂਟ ਦੇ ਬੜੇ ਧੰਨਵਾਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਕੀਤਾ ਸੰਧਾ ਵਾਲੇ ਸਾਹਿਬ ਬਹੁਤ ਸਹੀ ਕੁਐਸਚਨ ਹੈ। ਇਟਸ ਨਾਟ ਈਜ਼ੀ, ਬਹੁਤ ਔਖਾ ਹੋਇਆ ਇਹਨਾਂ ਮੁਲਕਾਂ ਦੇ ਵਿੱਚ ਇੱਕ ਮਿਨੋਰਟੀ ਵਾਸਤੇ ਕਮਿਊਨਿਟੀ ਵਾਸਤੇ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਮੇਅਰ ਦੇ ਨਾਲ ਮੀਟਿੰਗ ਹੋਈ ਸੀ, ਉਹਨਾਂ ਨੇ ਪਹਿਲੀ ਵਾਰੀ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਹਿਚਕਿਚਾਹਟ ਵੀ ਪ੍ਰਗਟ ਕੀਤੀ ਸੀ, ਪਰ ਜਦੋਂ ਉਹਨਾਂ ਇੱਕ ਵਾਰੀ ਵੇਖਿਆ ਸੰਗਤ ਦਾ ਵੀ ਕਿੰਨਾ ਉਤਸ਼ਾਹ ਵਾ ਸੰਗਤ ਦੇ ਵਿੱਚ ਸਿੱਖ ਕਮਿਊਨਿਟੀ ਦੇ ਵਿੱਚ, ਦੂਜੀ ਵਾਰੀ ਉਹ ਸਟੇਜ ਤੋਂ ਹੀ ਬੋਲ ਕੇ ਗਏ ਸੀ ਅਗਲੇ ਸਾਲ ਦੀ ਪਰਮਿਸ਼ਨ ਤੁਹਾਨੂੰ ਜੇ ਲੈਣੀ ਹੈ ਤਾਂ ਹੁਣੇ ਮਿਲ ਜਾਣੀ ਨਾਲ। ਕਿ ਬਹੁਤ ਖੁਸ਼ ਹੋਏ ਬਹੁਤ ਵੇਖ ਕੇ ਔਰ ਬੜੇ ਇੰਪ੍ਰੈਸ ਸੀ ਕਹਿੰਦੇ ਨੇ ਜਿਸ ਤਰ੍ਹਾਂ ਆਪਾਂ ਇਹ ਵੀ ਸਾਰੇ ਜਣੇ ਉਮੀਦ ਕਰਦੇ ਹਾਂ ਕਿਉਂਕਿ ਚਲੋ ਤੁਹਾਡੇ ਪ੍ਰਬੰਧ ਬਹੁਤ ਵਧੀਆ ਨੇ ਪੁਖਤਾ ਨੇ ਕਿ ਬਾਕੀ ਜਿਹੜੇ ਭਾਈਚਾਰੇ ਨੇ ਜਿਹਨਾਂ ਦਾ ਸਿੱਖ ਭਾਈਚਾਰੇ ਨਾਲ ਕੋਈ ਸੰਬੰਧ ਨਹੀਂ ਵੀ ਆਪਣੇ ਜਿੰਨੀਆਂ ਵੀ ਸੰਗਤਾਂ ਉਹਨਾਂ ਦਾ ਵਿਵਹਾਰ ਬਹੁਤ ਵਧੀਆ ਰਹੇ। ਜੇ ਕੋਈ ਜਾਣਨਾ ਚਾਹੁੰਦਾ ਵੀ ਭਾਈ ਇਦਾਂ ਕਿਉਂ ਤੁਹਾਨੂੰ ਚੰਗੇ ਤਰੀਕੇ ਜਾਣੀ ਦੱਸਿਆ ਜਾਵੇ, ਤੁਸੀਂ ਵੀ ਆਪਣੇ ਵੱਲੋਂ ਬੇਨਤੀ ਜਿਹੜੀ ਹੈ ਉਹ ਜ਼ਰੂਰ ਕਰੋ। ਜੀ ਜਿਹੜੇ ਸੰਗਤਾਂ ਨੂੰ ਕੋਈ ਗੱਲ ਕਹਿਣੀ ਚਾਹੋ ਜੀ? ਹਾਂਜੀ, ਸੰਗਤਾਂ ਨੂੰ ਬੇਨਤੀ ਹੈ ਜੀ ਆਪਾਂ ਸਾਰਿਆਂ ਨੇ ਇੱਕ ਤਾਂ ਸਫਾਈ ਦਾ ਖਾਸ ਧਿਆਨ ਰੱਖਣਾ ਹੈ ਉੱਥੇ, ਕਿਉਂਕਿ ਬ੍ਰਿਸਬਨ ਜਿਹੜੀ ਸਿਟੀ ਕਾਉਂਸਲ ਆ ਉਹਨਾਂ ਨੇ ਆਪਾਂ ਨੂੰ ਪਰਮਿਸ਼ਨ ਦਿੱਤੀ ਆ ਤੇ ਆਪਾਂ ਇੰਨਾ ਕੁ ਵਧੀਆ ਜਿਹੜਾ ਬਿਹੇਵ ਕਰਕੇ ਉੱਥੇ ਆਪਾਂ ਜਿਹੜਾ ਆਪਣਾ ਛਵੀ ਹੈ ਉਹ ਛੱਡ ਕੇ ਜਾਣੀ ਆ ਕਿ ਜਿਹੜਾ ਆਉਣ ਵਾਲੇ ਸਮੇਂ ਸਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਸੋ ਲਾਸਟ ਟਾਈਮ ਕੀ ਹੋਇਆ ਸੀ, ਕੁਝ ਆਪਾਂ ਫੂਡ ਜਿੱਦਾਂ ਦਾਲ ਲੰਗਰ ਸਾਰਾ ਕੁਝ ਉੱਥੇ ਚੱਲਣਾ ਆ। ਜਦੋਂ ਸਟੇਜ 'ਤੇ ਆਪਾਂ ਜਾਣਾ ਆ ਨੀਅਰ ਅਬਾਊਟ 2:30-3 ਵਜੇ ਉੱਥੇ ਆਪਾਂ 1.5 ਘੰਟਾ ਪ੍ਰੋਗਰਾਮ ਚੱਲਣਾ ਆ। ਉੱਥੇ ਆਪਾਂ ਜੋ ਫੂਡ ਜਿਹੜਾ ਆਪਾਂ ਨੂੰ ਦਿੱਤਾ ਜਾਊਗਾ ਪ੍ਰਸ਼ਾਦੇ ਨਾਲ ਦਾਲ। ਸੋ ਬੱਚਿਆਂ ਦਾ ਆਪਾਂ ਖਾਸ ਕਰਕੇ ਧਿਆਨ ਰੱਖਣਾ ਕਿ ਬੱਚੇ ਜਿਹੜਾ ਉਹ ਮਤਲਬ ਕਿ ਉੱਥੇ ਦਾਲ ਨਾਲ ਗੁੰਨਣ, ਪ੍ਰਸ਼ਾਦਾ ਜਿਹੜਾ ਉਹ ਧਿਆਨ ਨਾਲ ਉਹਨਾਂ ਨੂੰ ਛਕਾਉਣਾ ਆ। ਤੇ ਜੇ ਕਿਤੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਕਿ ਰਬਿਸ਼ ਬੈਗ ਜਿਹੜੇ ਆ ਉਹ ਨਾਲ ਲੈ ਕੇ ਚੱਲਣਾ ਜਿੰਨੇ ਕੁ ਹੋ ਸਕਦਾ ਪੋਸੀਬਿਲਿਟੀ ਹੈਗੀ ਆ। ਤੇ ਨਾਲ ਦੀ ਨਾਲ ਜਿੱਥੇ ਆਪਣਾ ਗੰਦ ਪਿਆ ਆ ਉਹ ਨਾਲ ਆਪਾਂ ਜਿਹੜਾ ਉਹ ਸਫਾਈ ਕਰੀ ਜਾਣਾ। ਇਹ ਇੱਕ ਆਪਾਂ ਸਾਰੇ ਆਸਟ੍ਰੇਲੀਆ ਦੇ ਵਿੱਚ ਇੱਕ ਆਪਣੀ ਸਿੱਖ ਕਮਿਊਨਿਟੀ ਦੀ ਰੈਪੂਟੇਸ਼ਨ ਆ, ਇਹਨੂੰ ਆਪਾਂ ਇਦਾਂ ਹੀ ਬਰਕਰਾਰ ਰੱਖਣਾ ਵਾ, ਇਸ ਤੋਂ ਵੀ ਉੱਪਰਲੇ ਲੈਵਲ ਤੇ ਲੈ ਕੇ ਜਾਣਾ ਵਾ। ਆਪਾਂ ਹੁਣੇ ਗੱਲ ਕਰਦੇ ਪਏ ਸੀ ਪਰਮਿਸ਼ਨ ਦੀ। ਸੰਧਾ ਵਾਲੇ ਸਾਹਿਬ ਸਭ ਤੋਂ ਮਜ਼ੇਦਾਰ ਗੱਲ ਇਹ ਆ ਕਿ ਇਹਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਆ ਇਹਦਾ ਪਰਮਿਸ਼ਨ। ਹਾਂ, ਜਿਹੜਾ ਮਤਲਬ ਟੋਟਲ ਜਿੱਦਾਂ ਹੁਣ ਸਟੇਟ ਸਾਰੀਆਂ ਰੋਕ ਕੇ ਰੋਡ ਸ਼ੋਅ ਕਰਨਾ ਉਹ ਜਿੰਨਾ ਆ ਉਹ ਸਾਨੂੰ ਸਾਰਾ ਜਿਹੜਾ ਆ ਉਹ ਸਿਟੀ ਕਾਉਂਸਲ ਵੱਲੋਂ policing and everything ਸਾਰਾ ਗ੍ਰਾਂਟ ਉਹ ਸਾਰਾ ਗ੍ਰਾਂਟ ਦੇ ਉਹਨਾਂ ਨੇ ਸਾਰਾ ਆਪਾਂ ਨੂੰ ਪ੍ਰਬੰਧ ਕਰਕੇ ਨਿਸ਼ਚਿਤ ਇਹਦੇ ਸੀ ਯਾਰ ਉਸ ਨਾਲ ਇੰਗਲਿਸ਼ ਵਿੱਚ ਆ ਖਰਚੇ ਆ। ਹਾਂਜੀ, ਹੌਲੀ ਕਰਕੇ ਜਦੋਂ ਦੇਖਿਆ ਉਹਨਾਂ ਨੇ ਆਪ ਸਾਰੇ ਮਾਫ ਕਰਤੇ ਕੋਈ ਗੱਲ ਇਹ ਬਹੁਤ ਹੀ ਵਧੀਆ ਚੀਜ਼ ਆ ਆਪਣੀ ਕਮਿਊਨਿਟੀ ਨੇ ਜਿਹੜੇ ਆਪਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਆ ਉਹ ਮਿਲ ਰਹੀ ਆ। ਬਾਕੀ ਜਿਹੜੇ ਆਪਣਾ ਦੂਜੇ ਖਰਚੇ ਆ ਲੰਗਰ ਦੇ ਉਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੇ ਆ। ਤੇ ਕੁਈਨਜ਼ਲੈਂਡ ਦੇ ਸਾਰੇ ਗੁਰਦੁਆਰੇ ਸਾਹਿਬਾਨ ਜਿੰਨੇ ਵੀ ਹੈਗੇ ਆ ਸਾਰੇ ਕੁਈਨਜ਼ਲੈਂਡ 'ਚ ਨੀਅਰ ਅਬਾਊਟ ਮੇਰੇ 7-8 ਗੁਰਦੁਆਰੇ ਸਾਹਿਬਾਨ ਆ, ਇਹ ਸਾਰੇ ਮਿਲ ਕੇ ਇੱਕ ਮਤਲਬ ਸਾਰੇ ਇਕੱਠੇ ਹੋ ਰਹੇ ਆ। ਸੋ ਇੱਕ ਤਾਂ ਨਗਰ ਕੀਰਤਨ ਹੋ ਰਿਹਾ, ਗੁਰੂ ਸਾਹਿਬ ਦਾ ਦਿਹਾੜਾ ਮਨਾ ਰਹੇ ਆ। ਦੂਜਾ ਸਾਨੂੰ ਸਭ ਤੋਂ ਵੱਧ ਖੁਸ਼ੀ ਇਹ ਆ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਰਹੇ ਆ ਗੈਟ ਟੂਗੈਦਰ। ਸੋ ਇੱਕ ਕਮਿਊਨਿਟੀ ਸਾਡੀ ਆਲ ਕੁਈਨਜ਼ਲੈਂਡ ਜਿਹੜੀ ਕਮਿਊਨਿਟੀ ਆ ਉਹ ਇੱਕ ਆ, ਸਾਰਿਆਂ ਨੇ ਮਿਲ ਕੇ ਤਿਆਰੀਆਂ ਕੀਤੀਆਂ ਬੜੇ ਉਤਸ਼ਾਹ ਦੇ ਨਾਲ। ਸਾਰੇ ਦੂਰ ਦਰਾਡੇ ਤੋਂ ਪਹੁੰਚੇ ਹੋਏ ਸਾਰੇ ਆਪਾਂ ਦੇਖਾਂਗੇ ਹੁਣ ਸਾਰਾ ਦਿਨ ਹੈ ਆਪਾਂ ਮੱਥਾ ਟੇਕੀਏ ਜੀ। ਤੇ ਉਹਨੇ ਜਿਹੜਾ ਚਾਹਣਾ ਹੈ ਕਿ ਆਪਣੇ ਪ੍ਰਾਈਵੇਸ਼ਨ ਟੀਮ ਦਾ ਬਹੁਤ ਦੂਰੋਂ ਕਰਕੇ ਆਏ ਆ। ਬਾਕੀ ਇਹ ਜਿਹੜਾ ਨਗਰ ਕੀਰਤਨ ਆ ਇਹ ਸਾਡੀ ਕਮਿਊਨਿਟੀ ਦਾ ਮਾਣ ਆ, ਸਾਡੀ ਸ਼ਾਨ ਆ। ਜਿਹੜੇ ਨਹੀਂ ਆ ਸਕਦੇ ਜ਼ਰੂਰ ਆਓ ਅਤੇ ਧੂਮਧਾਮ ਨਾਲ ਵਿੱਚ ਆਪਣੇ ਹਿੱਸਾ ਪਾਓ। ਵਾਹਿਗੁਰੂ ਜੀ ਕਾ ਖਾਲਸਾ।
ਫਾਕਲੈਂਡ ਓਕੇ ਉੱਥੇ ਜਾ ਕੇ ਜਿਹੜੀਆਂ ਲੰਗਰ ਸਾਰੇ ਸੰਗਤ ਨੂੰ ਬੁਲਾਇਆ ਜਾਊਗਾ ਜੀ। ਗਾਟਾ ਵਾਲੇ ਨੇ ਜੋਰ ਆਪਣਾ ਦਿਖਾਉਣਾ ਜੋਰ ਹੈ ਆਪਣਾ ਤੇ ਜਿਹੜੇ ਮਿਨਿਸਟਰਾਂ ਦੇ ਪੁਲਿਸ ਕਮਿਸ਼ਨਰ ਇਸ ਵੇਲੇ ਆਪਾਂ ਕਿੱਥੇ ਗਏ ਹਾਂ ਜੀ? ਇੱਥੇ ਹੁਣ ਅਸੀਂ ਸਪਰਿੰਗ ਹਿੱਲ ਵੱਲ ਆ ਰਹੇ ਹਾਂ ਸਪਰਿੰਗ ਹਿੱਲ ਵਾਲਾ ਹਾਂਜੀ, ਇਹ। ਕਿੰਨਾ ਕੁ ਵਾਕ ਹੈਗੀ ਇੱਥੋਂ ਜੀ? ਤਕਰੀਬਨ ਤੋਂ 10 ਮਿੰਟ ਦਾ ਯਾਤਰਾ 10 ਮਿੰਟ ਹਾਂਜੀ, ਇਹ। ਠੀਕ ਹੈ, ਚਲੋ ਬਹੁਤ ਸ਼ੁਕਰੀਆ ਠੀਕ ਹੈ। ਤੁਸੀਂ ਕਹਿੰਦੇ ਸੀ ਨਾ ਵੀ ਨਹੀਂ ਆਉਣਾ, ਹੁਣ ਕੀ ਕਹੋਗੇ ਜੀ, ਦੱਸੋ ਜੀ। ਮੈਂ ਦੱਸ ਨਹੀਂ ਸਕਦੀ, ਮੈਨੂੰ ਐਂ ਲੱਗਦਾ ਮੈਨੂੰ ਪਤਾ ਨਹੀਂ ਕਿੰਨਾ ਵੱਡਾ ਖਜ਼ਾਨਾ ਮਿਲ ਗਿਆ ਜ਼ਿੰਦਗੀ ਦਾ। Thank you very much. ਮੈਂ Thank you. ਕਿੰਨੀ ਅੱਜ ਰੱਬ ਨੇ ਮੈਨੂੰ ਗਿਫਟ ਦਿੱਤਾ। Thank you. ਮੈਂ ਰਾਤ 12 ਵਜੇ ਦੀ ਉੱਠੀ ਹਾਂ, ਮੈਂ ਜੌਬ ਤੇ ਗਈ ਔਰ ਸਵੇਰੇ 11 ਵਜੇ ਆਈ। ਫਟਾਫਟ ਅਸੀਂ ਰੈਡੀ ਹੋ ਕੇ ਇੱਥੇ ਨਗਰ ਕੀਰਤਨ ਤੇ ਚਲੇ ਗਏ। ਆ ਕੇ 4 ਵਜੇ ਬਹੁਤ ਟਾਇਰਡ ਸੀ, ਬੈਠ ਹਾਂਜੀ। ਗਏ ਨਾ, ਤਾਂ ਉਦੋਂ ਆਏ ਸੀ। ਮੈਂ ਕਿਹਾ ਹੁਣ ਤੇ ਲਾਈਕ 3:30 ਦੇ ਆਏ ਹੋਣਗੇ ਨਾ, ਉਹ ਤਾਂ ਆਲਮੋਸਟ ਖਤਮ ਹੋਣ ਵਾਲਾ। ਹਾਂਜੀ। ਛੋਟੇ ਨੂੰ ਇਹ ਲੈ ਕੇ ਚਲੇ ਗਏ ਕਿਸੇ ਦੇ ਘਰ ਹਾਂਜੀ। ਔਰ 5:15 ਹੋ ਗਏ। ਦੇਖੋ ਰੱਬ ਨੇ ਕੀ ਕੀਤਾ, ਮੇਰੇ ਦਿਮਾਗ 'ਚ ਕਲਿੱਕ ਹੋਇਆ। ਮੈਂ ਵੀਡੀਓ ਦੇਖਦੀ ਪਈ ਸੀ ਕਿ ਮੈਂ ਜਾਣਾ ਉਹਨਾਂ ਨੂੰ ਮਿਲਣਾ ਨਾ। ਹਾਂਜੀ। ਮੈਂ ਇਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਜਲਦੀ ਆਓ, ਮੈਂ ਜਾਣਾ। ਹਾਂਜੀ। ਔਰ ਅਸੀਂ ਅਰਦਾਸਾਂ ਕਰਦੇ ਗਏ ਤਾਂ ਮੇਰਾ ਬੇਟਾ ਕਹਿੰਦਾ ਮੰਮੀ 5:21 ਹੋ ਗਏ, 5:22 ਹੋ ਗਏ, ਸਿਰਫ 8 ਮਿੰਟ ਰਹਿ ਗਏ ਉਹਨਾਂ ਦੇ। Oh my God. ਔਰ ਜਦੋਂ ਅਸੀਂ ਗਏ ਆਰਡਨ ਪਾਰਕਿੰਗ ਦੇ ਵਿੱਚ ਅਸੀਂ ਕਾਰਾਂ ਦੇਖੀਆਂ, ਸਭ ਦੇ ਨਾਮ ਦੇਖੇ। ਅਸੀਂ ਉਹ ਗॉड ਸਾਰੇ ਹੈਗੇ, ਥੈਂਕ ਗॉड ਤੁਸੀਂ ਮਿਲ ਗਏ। ਔਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਮੇਰੇ ਘਰ ਵਿੱਚ ਆਏ ਅੱਜ। ਥੈਂਕ ਯੂ ਅੱਛਾ ਇੱਥੇ ਮੈਂ ਇੱਕ ਚੀਜ਼ ਐਡ ਕਰਾਂ, ਜਦੋਂ ਅਸੀਂ ਉੱਥੇ ਬੈਠੇ ਸੀ, ਜਦੋਂ ਤੁਸੀਂ ਆਣ ਕੇ ਬੈਠੇ ਹੋ ਭੈਣ ਜੀ ਉੱਥੇ, ਜੀ ਉਦੋਂ ਮੈਨੂੰ ਤੁਹਾਡੇ ਚਿਹਰੇ ਤੋਂ ਨਾ ਤਾਂ ਕਾਲੀ ਨਜ਼ਰ ਆਈ ਤੇ ਨਾ ਮੈਨੂੰ ਉਹ ਫਿਕਰ ਹੀ ਨਜ਼ਰ ਆਇਆ ਵੀ ਤੁਸੀਂ ਇਦਾਂ ਆਏ ਹੋਵੋਗੇ। ਪਰ ਆਹ ਸਟੋਰੀ ਅਸੀਂ ਹੁਣ ਸੁਣ ਕਿਉਂਕਿ ਰਹੇ ਹਾਂ। ਜਦੋਂ ਹੀ ਮੈਂ ਜਾ ਕੇ ਦੇਖਿਆ ਵੀ ਮੈਂ ਪਹਿਲਾਂ ਜਦੋਂ ਅਸੀਂ ਇੰਟਰਵਿਊ ਕੀਤਾ ਤਾਂ ਮੈਨੂੰ ਗੱਡੀਆਂ ਦਿੱਤੀਆਂ ਸੀ, ਅੰਕਲ ਜੀ ਉਹਨਾਂ ਨੇ ਨੰਬਰੀਆਂ ਮੈਨੂੰ ਪਤਾ ਸੀ। ਮੈਂ ਕਿਹਾ ਹੈਗੇ ਆ। ਔਰ ਫਿਰ ਅਸੀਂ ਫਟਾਫਟ ਮੱਥਾ, ਮੈਂ ਅੱਜ ਪਹਿਲੀ ਵਾਰ ਇਹ ਹੋਇਆ ਵੀ ਮੈਨੂੰ ਮੱਥਾ ਟੇਕਣ ਨਾਲੋਂ ਕਾਲੀ ਨੀਚੇ ਜਾਣ ਦੀ ਸੀ, ਰਾਈਟ। ਮੱਥਾ ਟੇਕ ਕੇ ਔਰ ਫਿਰ ਅਸੀਂ ਜਦੋਂ ਨੀਚੇ ਗਏ ਮੈਨੂੰ ਪਤਾ ਲੱਗ ਗਿਆ ਕਿ ਸਾਹਮਣੇ ਦਿਖਦਾ ਪਿਆ ਸੀ ਨਾ ਵੀ ਕੱਟ ਹੋਇਆ ਵਾ। ਫਿਰ ਮੈਨੂੰ ਸਕੂਨ ਮਿਲ ਗਿਆ ਵੀ ਕੌਣ ਹੈ। ਫਿਰ ਮੈਂ ਬੱਚਿਆਂ ਨੂੰ ਕਿਹਾ ਤੁਸੀਂ ਬਾਹਰ ਬੈਠੋ, ਹੁਣ ਮੈਂ ਜਾ ਕੇ ਦੇਖਦੀ ਹਾਂ ਦਵਿੰਦਰ ਨਾਲ। ਫਿਰ ਤੁਸੀਂ ਮੈਨੂੰ ਲੱਕਰੀ ਤੁਸੀਂ ਮੈਨੂੰ ਦੇਖਿਆ ਔਰ ਤੁਸੀਂ ਕਿਹਾ ਵੀ ਆ ਜਾਓ। ਔਰ ਮੈਂ ਉੱਥੇ ਬੈਠੀ ਕਹਿ ਰਹੀ ਸੀ ਉਹ ਵਾਹਿਗੁਰੂ ਤੂੰ ਮੈਨੂੰ ਕਿੱਦਾਂ ਖਜ਼ਾਨ ਦੇਗਾ। ਮੈਂ ਸਭ ਤੋਂ ਅੱਗੇ ਬੈਠ ਕੇ ਤੁਹਾਨੂੰ ਦੇਖ ਰਹੀ ਹਾਂ ਨਾ। ਦੇਖੋ ਸਾਨੂੰ ਪੰਜਾਬ ਵਾਲੇ ਨੂੰ ਕੁਰਸੀ ਦਾ ਬੜਾ ਖਿਆਲ ਹੁੰਦਾ, ਤੁਹਾਨੂੰ ਦੇਖਿਆ ਬਾਅਦ ਤੁਸੀਂ ਇਕੱਲੇ ਮੈਨੂੰ ਤਾਂ ਕੁਰਸੀ ਦੇ ਵਿੱਚ ਭੁੱਲਿਆ ਹੋਇਆ ਸੀ। ਮੈਨੂੰ ਤੁਸੀਂ ਮੈਂ ਕਰ ਕਰਕੇ ਦੇਖ ਰਹੀ ਸੀ ਕਿ ਕੌਣ ਕੌਣ ਬੈਠਾ ਹੋਇਆ ਹੈ। ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਗੇ ਬੈਠ ਕੇ ਸਾਰਾ ਪ੍ਰੋਗਰਾਮ ਇੰਜੋਏ ਕੀਤਾ। ਨਹੀਂ, ਸਾਨੂੰ ਖੁਸ਼ੀ ਇਹ ਹੋਈ ਹੈ ਕਿ ਮੁੱਲ ਮੁੜਦਾ ਜੀ ਜਦੋਂ ਇਦਾਂ ਦੀਆਂ ਗੱਲਾਂ ਅਸੀਂ ਜੀ, ਸੁਣਦੇ ਹਾਂ। ਤੁਸੀਂ ਜੋ ਕਰਦੇ ਹੋ, ਤੁਸੀਂ ਬਹੁਤ ਸੱਚ ਬੋਲਦੇ ਹੋ, ਤੁਸੀਂ ਸਹੀ ਕਰਦੇ ਹੋ। ਮੈਨੂੰ ਇੱਕ ਚੀਜ਼ ਬਹੁਤ ਚੰਗੀ ਲੱਗਦੀ ਹੈ, ਵੈਸੇ ਮੈਂ ਵੀ ਲਾਈਕ ਮੈਨੂੰ ਕਾਲਜ ਵਿੱਚ ਕਹਿ ਦਿੰਦੇ ਹੁੰਦੇ ਸੀ ਕਿ ਤੂੰ ਫਰੀडम ਵਾਈਟ ਫੈਮਿਲੀ ਚ ਆਈ ਹੈ, ਤੂੰ ਬੋਲਦੀਆਂ। ਆਈ ਥਿੰਕ ਤੁਸੀਂ ਸਭ ਦਾ ਜੋ ਵੀ ਬੋਲਦੇ ਹੈਗੇ ਆ ਨਾ, ਉਹ ਸੱਚ ਬੋਲ ਦਿੰਦੇ ਆ। ਔਰ ਸੱਚ ਬੋਲਣਾ ਪੰਜਾਬ ਦੇ ਲੋਕਾਂ ਲਈ ਬਹੁਤ ਬਹੁਤ ਔਖਾ ਹੈ, ਬਹੁਤ ਔਖਾ। ਤੇ ਇੱਕ ਨਾ- ਅਸੀਂ ਪੰਜਾਬ 'ਚ ਜਾਂਦੇ ਹਾਂ, ਅਸੀਂ ਸੇਮ ਉਹੀ ਚੀਜ਼ ਬਣ ਜਾਂਦੇ ਹਾਂ ਜੋ ਉਹ ਲੋਕ ਆ, ਵਿਚ ਇਜ਼ ਟਰੂ। ਅੱਜ ਦੀ ਗੱਲ ਦੱਸਦੀ ਮੈਂ ਤੁਹਾਨੂੰ ਛੋਟੀ ਜੀ, ਨਗਰ ਕੀਰਤਨ ਤੇ ਲਾਈਨਾਂ ਵਿੱਚ ਲੋਕ ਖੜੇ ਹੋਇਆ ਲੰਗਰ ਲੈਣੇ, ਰਾਈਟ। ਉਹਨਾਂ ਵਿੱਚ ਮੈਂ ਵੀ ਖੜੀ ਹੋਈ ਹਾਂ, ਇਹ ਵੀ ਖੜੇ ਹੋਇਆ। ਔਰ ਇੱਕ ਲੜਕਾ ਸਾਡੇ ਵਿੱਚ ਆ ਕੇ ਖੜ ਗਿਆ, ਪੁਲਿਸ ਹੋ ਕੇ ਖੜ ਗਿਆ, ਹਨਾ, ਕਿਉਂਕਿ ਸਾਰਿਆਂ ਦੇ ਬੱਚੇ ਸੀਗੇ ਔਰ 2-2 ਘੰਟੇ ਅਸੀਂ ਲਾਈਨਾਂ 'ਚ ਲੱਗੇ। ਔਰ ਉਹਦੀ ਫੈਮਿਲੀ 5 ਲੋਕ ਆ ਕੇ ਉਹਨੇ ਹੋਰ ਐਡ ਕਰ ਲਏ। ਤੇ ਮੈਂ ਇੰਨੀ ਗੱਲ ਕਹੀ, ਮੈਂ ਕਿਹਾ ਵੀ ਆਪਾਂ ਨੂੰ ਕਦੀ ਵੀ ਅਕਲ ਨਹੀਂ ਪੰਜਾਬ ਵਾਲਿਆਂ ਨੂੰ। ਕਹਿੰਦੇ ਤੁਸੀਂ ਅੱਗੇ ਆ ਜਾਓ। ਮੈਂ ਕਿਹਾ ਮੇਰੇ ਪਿੱਛੇ 200 ਲੋਕ ਖੜੇ ਆ, ਉਹ ਕੀ ਕਰਨਗੇ, ਤੇ ਤੁਸੀਂ ਪਿੱਛੇ ਚਲੇ ਜਾਓ। ਦੈਟਸ ਵਾਈ ਮੈਂ ਕਹਿੰਦੀ ਜਿਹੜੇ ਪੰਜਾਬੀ ਹੈਗੇ ਨਾ, ਅਸੀਂ ਮੈਂ ਸੱਚ ਕਹਿੰਦੀ ਉੱਥੇ ਜਾ ਕੇ ਅਸੀਂ ਬੈਲਟ ਬੁਲਟ ਨਹੀਂ ਲਾਉਂਦੇ। ਜੇ ਲਾਉਂਦੇ ਤਾਂ ਉਹ ਪਤਾ ਮੈਨੂੰ ਕੀ, ਮੈਂ ਹੁਣ ਗਈ ਸੀ ਤਾਂ ਮੈਂ ਬੈਲਟ ਮੈਨੂੰ ਕਹਿੰਦੇ ਤੂੰ ਕਿੱਥੇ ਡਿੱਗਣ ਲੱਗੀ ਆ ਵਿੱਚੋਂ, ਕਿਤੇ ਨਹੀਂ ਜਾਂਦੀ, ਤੂੰ ਬੈਲਟ ਨਾ ਲਾ। ਲਾਈਕ ਉਹ ਚੀਜ਼ਾਂ ਕਰਦਾ 2 ਦਿਨ ਬਾਅਦ ਮੈਂ ਵੀ ਨਹੀਂ ਲਾਈ। ਚਾਹੇ ਮੈਨੂੰ ਇਹ ਟੀਵੀ ਤੇ ਨਹੀਂ ਬੋਲਣਾ ਚਾਹੀਦਾ, ਬਟ ਟਰੂਲੀ ਇੱਥੇ ਅਸੀਂ ਉਹ ਚੀਜ਼ਾਂ ਫੋਲੋ ਕਰਦੇ ਹਾਂ, ਉੱਥੇ ਅਸੀਂ ਨਹੀਂ ਫੋਲੋ ਕਰਦੇ। ਜੋ ਮੇਰਾ ਦਿਮਾਗ ਕਹਿੰਦਾ ਹੈ ਸਾਡੀ ਰਾਤ ਨੂੰ ਇੱਕ ਬੰਦਾ ਜਾਂ ਆਪਾਂ ਕਰੀਏ ਪ੍ਰਾਈਮ ਏਸ਼ੀਆ ਕੱਲਾ ਉਸ ਚੀਜ਼ ਨੂੰ ਕਰ ਦੂਗਾ, ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਉੱਥੇ ਸਭ ਨੂੰ ਬਸ ਇਹੀ ਆਖਰ ਨੂੰ ਬੰਦਾ ਅੱਖ ਥੱਕ ਕੇ ਬੈਠ ਜਾਂਦਾ ਹੈ ਨਾ। ਕਿਉਂਕਿ ਰਾਜਨੀਤੀ ਸਭ ਤੋਂ ਗੰਦੀ ਆ ਪੰਜਾਬ ਦੀ, ਤਾਂ ਲੀਡਰਾਂ ਨੂੰ ਕੱਲਾ, ਕਿਉਂਕਿ ਜੇ ਡੰਡਾ ਹੋਊਗਾ, ਮੈਂ ਇਹ ਕਹਿੰਦੀ ਸਾਡੇ ਸਿਰ ਤੇ ਡੰਡਾ ਸੀ ਤਾਂ ਸੁਧਰੇ ਹੋਏ। ਪਬਲਿਕ ਸਿਆਣੀ ਨਹੀਂ ਗੀ, ਸਾਡੇ ਨੇਤਾ ਨੇ ਨਾ ਉਹ ਡੰਡਾ ਰੱਖਿਆ ਹੋਇਆ ਸਭ ਦੇ ਲਈ ਲਾਅ ਇੱਕ ਆ। ਦੈਟਸ ਵਾਈ ਅਸੀਂ ਡਰਦੇ ਹਾਂ। ਸਾਨੂੰ ਸਭ ਨੂੰ ਫਾਈਨ ਹੋ ਜਾਣਾ, ਬੈਲਟ ਨਹੀਂ ਦਿਸਦਾ ਜੀ, ਪਰ ਉੱਥੇ ਸਾਡੇ ਲਈ ਹੈ ਨਹੀਂ ਕਿ ਜੇ ਰਿਸ਼ਤੇਦਾਰ ਆ, ਸੇਮ ਚੀਜ਼ ਅੱਜ ਵੀ ਹੋਈ ਜਾਂਦੀ ਸੀਗੀ। ਫਿਰ ਪੰਜਾਬੀ ਹੋ ਗਏ, ਲੰਗਰ ਦੂਜਿਆਂ ਨੂੰ ਦੂਜੇ ਪਾਸੇ ਦੀ ਰਿਸ਼ਤੇਦਾਰਾਂ ਨੂੰ ਵਟਐਵਰ, ਉਹ ਚੀਜ਼ਾਂ ਪੰਜਾਬ ਵਿੱਚ ਟੂ ਮੱਚ ਹੈਗੀਆਂ। ਦੈਟਸ ਵਾਈ ਅਸੀਂ ਇੱਕ ਨਾ ਮੈਂ ਤੁਹਾਨੂੰ ਚੀਜ਼ ਦੱਸਦਾ, ਪੌਣੀ ਹੱਥ 'ਚ ਫੜ ਕੇ ਕਹਿੰਦੇ ਹੁੰਦੇ ਨਾ, ਪੌਣੀ ਹੱਥ ਫੜ ਕੇ ਤਾਂ ਮਤਲਬ ਵੀ ਸੱਚ ਦੱਸਦਾ। ਇਹਦੇ ਨਾ ਇੱਕ ਚੀਜ਼ ਮੈਂ ਐਡ ਕਰਦਾ, ਦੇਖੋ ਗੱਲ ਇਹ ਆ ਵੀ ਸਾਨੂੰ ਹੋ ਗਏ ਇੱਥੇ ਆਏ ਨੂੰ 10-12 ਦਿਨ ਤੇ ਬਾੜ ਸਾਹਿਬ ਮਿਸ ਕਰ ਰਹੇ ਕਿਚਨ ਨੂੰ, ਅੱਜ ਮੌਕਾ ਮਿਲਿਆ ਰਿਹਾ। ਮੈਂ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਸਾਰੀਆਂ ਪੰਜਾਬ ਦੀਆਂ ਗੱਲਾਂ ਸੁਣਦੇ ਹੋ ਨਾ। 19 ਜੁਲਾਈ ਨੂੰ ਅਰਦਾਸ ਟੂ ਫਿਲਮ ਅਮਨ ਖਟਕੜ ਹੋਰਾਂ ਨੇ ਬਣਾਈ, ਉਹ ਰਿਲੀਜ਼ ਹੋਣੀ ਹੈ। ਉਹ 'ਚ ਤੁਹਾਡੀਆਂ ਗੱਲਾਂ ਨੇ, ਵਿਦੇਸ਼ੀਆਂ ਪ੍ਰਵਾਸੀ ਪੰਜਾਬੀਆਂ ਦੀਆਂ ਗੱਲਾਂ। ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀਆਂ ਲੱਗਣਗੀਆਂ। ਜਦੋਂ ਵੀ ਤੁਸੀਂ ਫਿਲਮ ਦੇਖੀ 19 ਜੁਲਾਈ ਤੋਂ ਬਾਅਦ, ਤੇ ਟਿੱਪਣੀਆਂ ਆਪਣੀਆਂ ਲਿਖ ਕੇ ਭੇਜਿਓ ਤਾਂ ਜੋ ਅਗਲੀ ਫਿਲਮ ਦਾ ਮਸਾਲਾ ਸਾਨੂੰ ਮਿਲ ਸਕੇ। ਇਦਾਂ ਹੀ ਆ ਜੀ। ਬਿਲਕੁਲ ਸਹੀ ਜੀ, ਬਿਲਕੁਲ ਸਹੀ। ਮੇਰਾ ਗੱਲ ਆਪਾਂ ਚਾਹ ਦਾ ਪਤਾ ਵੀ ਕਰ ਚਾਹ ਦੇਖਿਓ ਉਹਦਾ। ਚਲੋ ਇੱਕ ਨਾ ਇੱਕ ਭੈਣ ਜੀ ਹੁਣੀ ਕਿਹਾ ਸੀਗਾ ਵੀ ਅਸੀਂ ਸੱਚ ਬੋਲਦੇ ਹਾਂ, ਥੈਂਕ ਯੂ ਹੈ ਨਾ। ਪਰ ਮੈਂ ਦੇਖਿਆ ਸੱਚ ਤੁਸੀਂ ਕਹਿੰਦੇ ਸੱਚ ਬੋਲਣ ਲਈ ਹਿੰਮਤ ਦੀ ਲੋੜ ਆ।
ਮੈਨੂੰ ਲੱਗਦਾ ਸੱਚ ਸੁਣਨ ਲਈ ਵੀ ਇੱਕ ਸਹਿਣ ਸ਼ਕਤੀ ਦੀ ਲੋੜ ਹੈਗੀ ਇਹ ਚੀਜ਼ ਹੈ, ਤੁਸੀਂ ਕਦੀ ਅੱਕੇ ਥੱਕਿਓ ਨਾ ਕਿ ਕੋਈ ਨਹੀਂ ਸੁਣਦਾ ਜੀ। ਇਹ ਗੱਲ ਜ਼ਰੂਰ ਹੈਗੀ ਆ ਵੀ ਜੇ ਕੋਈ ਸੱਚ ਬੋਲਦਾ ਨਾ ਉਹਨੂੰ ਸੁਣ ਕੇ ਬੰਦਾ ਹਾਂ ਚ ਹਾਂ ਨਹੀਂ ਮਿਲਾਉਂਦਾ, ਪਰ ਉਹਦੀ ਆਤਮਾ ਜ਼ਰੂਰ ਜਾਗੂਗੀ ਇੱਕ ਦਿਨ, ਔਰ ਉਹਨਾਂ ਲੋਕਾਂ ਨੂੰ ਸਭ ਨੂੰ ਅੰਦਰੋਂ ਸੱਚ ਪਤਾ, ਪਰ ਉਹ ਸੱਚੀ ਅੰਦਰ ਦੇ ਆਪਾਂ ਸੱਚ ਅੰਦਰੋਂ ਸਭ ਨੂੰ ਪਤਾ ਹੈਗਾ। ਹੁਣ ਭੈਣ ਜੀ ਤੁਸੀਂ ਬੈਠੋ WhatsApp ਚਾਹ ਪਾਉਣਗੇ ਇਹ ਵੀ ਇੱਕ ਸੱਚ ਹੈ ਕਿ ਮੈਂ ਡੋਲੂਗਾ ਜ਼ਰੂਰ। ਕੋਈ ਗੱਲ ਨਹੀਂ ਕਲੀਅਰ ਭਾਜੀ ਮੈਂ ਕਰ ਦੂੰਗਾ ਜੇ ਅੱਜ ਮੈਂ ਇੱਥੇ ਚਾਹ ਪਾਤੀ ਮੈਂ ਸਾਰੀ ਉਮਰ ਲਈ ਫਸ ਗਿਆ ਘਰ ਲਾਈਵ ਚਲੀ ਜਾਂਦਾ। ਠੀਕ ਹੈ ਜੀ। ਹੋਰ ਭਾਈ ਸਾਹਿਬ ਕਿਵੇਂ ਲੱਗ ਰਿਹਾ ਜੀ? ਦੇਖੋ ਮੈਨੂੰ ਇਹ ਲੱਗ ਰਿਹਾ ਕਿ ਵੀ ਆਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਇੱਥੇ ਆ ਕੇ ਨਜ਼ਰ ਆਈਆਂ, ਮਤਲਬ ਇੱਕ ਸਟੈਪ, ਜਿਵੇਂ ਸਾਨੂੰ ਇਹ ਲੱਗਦਾ ਸੀਗਾ ਵੀ ਇੰਨੇ ਦਿਨਾਂ ਦੇ ਵਿੱਚ ਅਸੀਂ ਬਹੁਤ ਕੁਝ ਦੇਖ ਲਿਆ, ਪਰ ਹਰ 5-10 ਮਿੰਟ ਬਾਅਦ ਨਵੀਂ ਗੱਲ, ਹਰ 5-10 ਮਿੰਟ ਬਾਅਦ ਨਵੀਂ ਗੱਲ ਪਤਾ ਲੱਗ ਰਹੀ ਹੈ। ਹੁਣ ਇਸ ਪਰਿਵਾਰ ਨੂੰ ਮਿਲੇ ਆ, ਇਹਨਾਂ ਨੇ ਭੈਣ ਜੀ ਜਿਹੜੀਆਂ ਗੱਲਾਂ ਦੱਸੀਆਂ ਉਹ ਤਾਂ ਬਿਲਕੁਲ ਹੀ ਸਿਰਾ ਨੇ। ਬਾਕੀ ਕੁਝ ਚੀਜ਼ਾਂ ਐਸੀਆਂ ਵੀ ਨੇ ਜਿਹੜੀਆਂ ਅਸੀਂ ਲਾਈਵ ਨਹੀਂ ਦੱਸ ਸਕੇ, ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਿਖਾਵਾਂਗੇ ਜ਼ਰੂਰ। ਹੁਣ ਅਸੀਂ ਚਾਹ ਪੀ ਕੇ ਨਿਕਲਣਾ, ਕਿਉਂਕਿ ਅਗਲੇ ਕੈਂਡੀਡੇਟ ਸਾਡੇ ਨਾਲ ਹੋਰ ਬੈਠੇ ਨੇ, ਇਸ ਤੋਂ ਪਹਿਲਾਂ ਕਿ ਉਹ ਨਾਰਾਜ਼ ਹੋ ਜਾਣ, ਅਸੀਂ ਇਜਾਜ਼ਤ ਲੈਣਾ।